ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵਿਸਤਾਰਪੂਰਵਕ ਚਰਚਾ ਵਿੱਚ। ਅੱਜ ਦਾ ਜੋ ਸਾਡਾ ਵਿਸ਼ਾ ਹੈ ਨਾ, ਮਤਲਬ ਉਹ ਬਹੁਤ ਹੀ ਖਾਸ ਹੈ। ਹਾਂ, ਬਹੁਤ ਹੀ ਅਹਿਮ ਟੌਪਿਕ ਹੈ, ਖਾਸ ਕਰਕੇ ਉਹਨਾਂ ਸਾਥੀਆਂ ਲਈ ਜੋ ਪੀਐਸਟੀਈਟੀ ਦੀ ਤਿਆਰੀ ਕਰ ਰਹੇ ਨੇ। ਬਿਲਕੁਲ, ਆਪਾਂ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਬਾਰੇ ਗੱਲ ਕਰ ਰਹੇ ਹਾਂ ਅਤੇ ਖਾਸ ਕਰਕੇ ਪੰਜਾਬੀ ਪੈਡਾਗੋਜੀ ਬਾਰੇ। ਪੈਡਾਗੋਜੀ ਯਾਨੀ ਬੱਚਿਆਂ ਨੂੰ ਪੜਾਉਣ ਦੀ ਕਲਾ। ਹਾਂ, ਪੜਾਉਣ ਦੀ ਕਲਾ ਅਤੇ ਮਨੋਵਿਗਿਆਨ, ਇਹ ਸਮਝਣਾ ਇੱਕ ਅਧਿਆਪਕ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ। ਤੇ ਅੱਜ ਦੀ ਇਸ ਚਰਚਾ ਦਾ ਮੁੱਖ ਮਿਸ਼ਨ ਇਹ ਹੈ ਕਿ ਸਰੋਤਿਆਂ ਦੇ ਦਿਮਾਗ ਵਿੱਚੋਂ ਦੋ ਬਹੁਤ ਹੀ ਅਹਿਮ ਸੰਕਲਪਾਂ ਵਿਚਾਲੇ ਜੋ ਫਰਕ ਹੈ, ਭਾਸ਼ਾ ਗ੍ਰਹਿਣ ਅਤੇ ਭਾਸ਼ਾ ਸਿੱਖਣਾ। ਹਾਂ, ਇਹਨਾਂ ਦੋਵਾਂ ਵਿਚਲਾ ਜੋ ਬਰੀਕ ਜਿਹਾ ਫਰਕ ਹੈ, ਉਸ ਨੂੰ ਹਮੇਸ਼ਾ ਲਈ ਸਪਸ਼ਟ ਕਰ ਦਿੱਤਾ ਜਾਵੇ। ਬਿਲਕੁਲ, ਕਿਉਂਕਿ ਇਮਤਿਹਾਨ ਵਾਲੇ ਦਿਨ ਅਕਸਰ ਇਹ ਟੌਪਿਕ ਸਿੱਖਿਆਰਥੀਆਂ ਨੂੰ ਉਲਝਾ ਦਿੰਦਾ ਹੈ ਤੇ ਮੁਫਤ ਦੇ ਨੰਬਰ ਕੱਟੇ ਜਾਂਦੇ ਨੇ। ਸਹੀ ਗੱਲ ਹੈ। ਇਸੇ ਲਈ ਅੱਜ ਆਪਾਂ ਇਸ ਨੂੰ ਕਿਤਾਬੀ ਰੱਟੇ ਤੋਂ ਥੋੜਾ ਬਾਹਰ ਕੱਢਾਂਗੇ, ਮਤਲਬ ਅਸਲੀ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਦੇਖਾਂਗੇ। ਦੇਖੋ, ਕਿਤਾਬੀ ਭਾਸ਼ਾ ਤੋਂ ਬਾਹਰ ਨਿਕਲਣਾ ਹੀ ਅਸਲ ਵਿੱਚ ਪੈਡਾਗੋਜੀ ਨੂੰ ਸਮਝਣ ਦੀ ਪਹਿਲੀ ਸ਼ਰਤ ਹੈ। ਅਕਸਰ ਹੁੰਦਾ ਇਹ ਹੈ ਕਿ ਪੇਪਰ ਦੀ ਤਿਆਰੀ ਵੇਲੇ ਆਪਾਂ ਸਿਧਾਂਤਾਂ ਦੀਆਂ ਪਰਿਭਾਸ਼ਾਵਾਂ ਯਾਦ ਕਰਨ ਲੱਗ ਜਾਂਦੇ ਹਾਂ, ਪਰ ਇਹ ਵਿਸ਼ਾ ਸਿਰਫ ਇੱਕ ਪੇਪਰ ਪਾਸ ਕਰਨ ਲਈ ਥੋੜੀ ਬਣਿਆ। ਨਹੀਂ, ਬਿਲਕੁਲ ਨਹੀਂ। ਇਹ ਤਾਂ ਸਿੱਧੇ ਤੌਰ ਤੇ ਬੱਚੇ ਦੇ ਦਿਮਾਗੀ ਵਿਕਾਸ ਨਾਲ ਜੁੜਿਆ ਹੋਇਆ ਹੈ। ਮੈਂ ਵੀ ਇਹੀ ਸੋਚ ਰਹੀ ਸੀ ਕਿ ਜਦੋਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਛੋਟਾ ਜਿਹਾ ਬੱਚਾ ਆਪਣੇ ਆਲੇ-ਦੁਆਲੇ ਦੀਆਂ ਆਵਾਜ਼ਾਂ ਨੂੰ ਕਿਵੇਂ ਪਕੜਦਾ ਹੈ, ਤਾਂ ਸਾਰੇ ਸਿਧਾਂਤ ਆਪਣੇ ਆਪ ਸ਼ੀਸ਼ੇ ਵਾਂਗ ਸਾਫ਼ ਹੋਣ ਲੱਗਦੇ ਨੇ। ਬਿਲਕੁਲ। ਅਸਲ ਵਿੱਚ ਭਾਸ਼ਾ ਦੇ ਵਿਕਾਸ ਨੂੰ ਸਮਝਣਾ ਮਨੁੱਖੀ ਦਿਮਾਗ ਦੀ ਸਭ ਤੋਂ ਵੱਡੀ ਜਾਦੂਗਰੀ ਨੂੰ ਸਮਝਣ ਵਰਗਾ ਹੈ। ਸਹੀ ਕਿਹਾ। ਤਾਂ ਆਓ ਇਸ ਗੱਲ ਦੀ ਥੋੜੀ ਹੋਰ ਤਹਿ ਤੱਕ ਚੱਲਦੇ ਹਾਂ। ਆਪਾਂ ਪਹਿਲੇ ਮੁੱਖ ਸੰਕਲਪ ਯਾਨੀ ਭਾਸ਼ਾ ਗ੍ਰਹਿਣ ਤੋਂ ਸ਼ੁਰੂਆਤ ਕਰਦੇ ਹਾਂ, ਜਿਸ ਨੂੰ ਆਪਾਂ ਲੈਂਗੁਏਜ ਐਕੁਇਜ਼ੀਸ਼ਨ ਵੀ ਕਹਿੰਦੇ ਹਾਂ ਅੰਗਰੇਜ਼ੀ ਵਿੱਚ। ਹਾਂ, ਲੈਂਗੁਏਜ ਐਕੁਇਜ਼ੀਸ਼ਨ। ਇਸ ਨੂੰ ਸਮਝਣ ਲਈ ਆਪਾਂ ਇੱਕ ਆਮ ਜਿਹੇ ਘਰ ਦੀ ਮਿਸਾਲ ਲੈਂਦੇ ਹਾਂ। ਘਰ ਦੇ ਵਿਹੜੇ ਵਿੱਚ ਇੱਕ 1.5 ਸਾਲ ਦਾ ਛੋਟਾ ਬੱਚਾ ਖੇਡ ਰਿਹਾ ਹੈ। ਅੱਛਾ। ਉਹ ਆਪਣੀ ਮਾਂ ਕੋਲ ਆਂਦਾ ਹੈ ਅਤੇ ਤੋਤਲੀ ਜੀ ਆਵਾਜ਼ ਵਿੱਚ ਕਹਿੰਦਾ ਹੈ ਕਿ ਮੰਮੀ ਰੋਟੀ ਦੇਣੀ ਜਾਂ ਪਾਣੀ ਪੀਣਾ। ਹਾਂ, ਆਮ ਤੌਰ ਤੇ ਬੱਚੇ ਐਵੇਂ ਹੀ ਬੋਲਦੇ ਨੇ ਸ਼ੁਰੂ ਵਿੱਚ। ਬਿਲਕੁਲ। ਹੁਣ ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ ਇਸ ਛੋਟੀ ਜਿਹੀ ਘਟਨਾ ਵਿੱਚ ਇੱਕ ਬਹੁਤ ਵੱਡਾ ਸਿਧਾਂਤ ਲੁਕਿਆ ਹੋਇਆ ਹੈ। ਉਸ ਬੱਚੇ ਨੇ ਆਪਣੀ ਲੋੜ ਬਿਲਕੁਲ ਸਹੀ ਤਰੀਕੇ ਨਾਲ ਦੱਸ ਦਿੱਤੀ। ਉਸਨੇ ਸਹੀ ਸ਼ਬਦ ਚੁਣੇ, ਸਹੀ ਜਗ੍ਹਾ ਤੇ ਵਰਤੇ, ਉਹ ਵੀ ਬਿਨਾਂ ਇੱਕ ਦਿਨ ਵੀ ਸਕੂਲ ਗਏ। ਇਹ ਆਪਣੇ ਆਪ ਵਿੱਚ ਹੈਰਾਨੀਜਨਕ ਗੱਲ ਹੈ ਨਾ। ਇਹੀ ਤਾਂ ਦਿਮਾਗ ਦੀ ਅਦਭੁਤ ਖੇਡ ਹੈ। ਜੇ ਆਪਾਂ ਇਸ ਮਿਸਾਲ ਦਾ ਮਨੋਵਿਗਿਆਨਿਕ ਪੱਖੋਂ ਵਿਸ਼ਲੇਸ਼ਣ ਕਰੀਏ ਨਾ, ਹਾਂਜੀ, ਤਾਂ ਉਸ ਛੋਟੇ ਬੱਚੇ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਰੋਟੀ ਇੱਕ ਨਾਂਵ ਹੈ, ਯਾਨੀ ਨਾਉਨ ਹੈ, ਜਾਂ ਖਾਣਾ ਇੱਕ ਕਿਰਿਆ ਹੈ। ਬਿਲਕੁਲ। ਉਸਨੇ ਕਦੇ ਵਿਆਕਰਣ ਦੀ ਕੋਈ ਕਿਤਾਬ ਨਹੀਂ ਦੇਖੀ। ਉਸਦੇ ਮਾਪਿਆਂ ਨੇ ਉਸਨੂੰ ਕਦੇ ਬੋਰਡ ਤੇ ਲਿਖ ਕੇ ਥੋੜੀ ਸਮਝਾਇਆ ਕਿ ਪੁੱਤਰ ਪਹਿਲਾਂ ਕਰਤਾ ਲਗਾਉਣਾ ਹੈ, ਫਿਰ ਕਰਮ ਤੇ ਅੰਤ ਵਿੱਚ ਕਿਰਿਆ ਲਗਾਉਣੀ ਹੈ। ਹਾਂ, ਕੋਈ ਕਲਾਸ ਤਾਂ ਨਹੀਂ ਲੱਗੀ ਉਸਦੀ। ਫਿਰ ਵੀ ਉਸਦਾ ਵਾਕ ਬਣਤਰ ਪੱਖੋਂ ਬਿਲਕੁਲ ਸਹੀ ਹੁੰਦਾ ਹੈ। ਇਹ ਇਸ ਲਈ ਹੁੰਦਾ ਹੈ ਕਿਉਂਕਿ ਇਹ ਇੱਕ ਪੂਰੀ ਤਰ੍ਹਾਂ ਅਚੇਤਨ ਅਤੇ ਸੁਭਾਵਿਕ ਪ੍ਰਕਿਰਿਆ ਹੈ। ਅਚੇਤਨ ਯਾਨੀ ਅਨਕੌਂਸ਼ੀਅਸ। ਹਾਂ, ਅਚੇਤਨ ਦਾ ਮਤਲਬ ਹੈ ਕਿ ਬੱਚਾ ਭਾਸ਼ਾ ਸਿੱਖਣ ਲਈ ਕੋਈ ਸੁਚੇਤ ਕੋਸ਼ਿਸ਼ ਜਾਂ ਦਿਮਾਗੀ ਜ਼ੋਰ ਨਹੀਂ ਲਗਾ ਰਿਹਾ। ਉਹ ਬਸ ਆਪਣੇ ਆਲੇ-ਦੁਆਲੇ ਦੇ ਮਾਹੌਲ ਦਾ, ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਿਆ ਹੋਇਆ ਹੈ। ਉਹ ਮਤਲਬ ਇੱਕ ਸਪੰਜ ਵਾਂਗ ਕੰਮ ਕਰ ਰਿਹਾ ਹੈ। ਬਿਲਕੁਲ ਸਹੀ ਸ਼ਬਦ ਵਰਤਿਆ, ਸਪੰਜ ਵਾਂਗ, ਜੋ ਆਲੇ-ਦੁਆਲੇ ਦੀਆਂ ਆਵਾਜ਼ਾਂ ਨੂੰ ਆਪਣੇ ਅੰਦਰ ਸੋਖ ਰਿਹਾ ਹੈ। ਮਤਲਬ ਕਿ ਵਾਤਾਵਰਣ ਇੱਥੇ ਸਭ ਤੋਂ ਵੱਡਾ ਅਧਿਆਪਕ ਹੈ ਨਾ? ਹਾਂ, ਵਾਤਾਵਰਣ ਦਾ ਰੋਲ ਸਭ ਤੋਂ ਅਹਿਮ ਹੈ। ਬੱਚਾ ਆਪਣੇ ਦਾਦੇ-ਦਾਦੀ ਨੂੰ ਗੱਲਾਂ ਕਰਦੇ ਸੁਣਦਾ ਹੈ, ਆਪਣੇ ਮਾਪਿਆਂ ਦੇ ਬੋਲਾਂ ਵੱਲ ਧਿਆਨ ਦਿੰਦਾ ਹੈ, ਅਤੇ ਸਭ ਤੋਂ ਦਿਲਚਸਪ ਗੱਲ ਪਤਾ ਕੀ ਹੈ? ਕੀ? ਕਿ ਜਦੋਂ ਬੱਚਾ ਕੋਈ ਸ਼ਬਦ ਗਲਤ ਵੀ ਬੋਲਦਾ ਹੈ ਤਾਂ ਘਰ ਵਿੱਚ ਕੋਈ ਉਸ ਨੂੰ ਛਿੜਕਦਾ ਨਹੀਂ ਹੈ। ਹਾਂ, ਸਗੋਂ ਲੋਕ ਖੁਸ਼ ਹੁੰਦੇ ਨੇ ਉਸਦੀ ਤੋਤਲੀ ਆਵਾਜ਼ ਸੁਣ ਕੇ। ਬਿਲਕੁਲ। ਜੇ ਉਹ ਪਾਣੀ ਨੂੰ ਮਮ ਕਹਿੰਦਾ ਹੈ ਤਾਂ ਮਾਂ ਇਹ ਥੋੜੀ ਕਹਿੰਦੀ ਹੈ ਕਿ ਤੂੰ ਵਿਆਕਰਣ ਦੇ ਨਿਯਮ ਤੋੜ ਰਿਹਾ ਹੈ, ਸਗੋਂ ਉਹ ਖੁਸ਼ ਹੋ ਕੇ ਉਸਨੂੰ ਪਾਣੀ ਫੜਾ ਦਿੰਦੀ ਹੈ। ਇਹ ਬਹੁਤ ਵਧੀਆ ਪੁਆਇੰਟ ਹੈ। ਇਸ ਨੂੰ ਹੀ ਆਪਾਂ ਕਹਿੰਦੇ ਹਾਂ ਕਿ ਬਿਨਾਂ ਕਿਸੇ ਖਾਸ ਕੋਸ਼ਿਸ਼ ਦੇ ਨਕਲ ਕਰਕੇ ਭਾਸ਼ਾ ਨੂੰ ਆਪਣੇ ਅੰਦਰ ਗ੍ਰਹਿਣ ਕਰ ਲੈਣਾ। ਇਸੇ ਕਰਕੇ ਇਸ ਨੂੰ ਭਾਸ਼ਾ ਗ੍ਰਹਿਣ ਕਿਹਾ ਜਾਂਦਾ ਹੈ। ਤੇ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਤੱਥ ਜੁੜਿਆ ਹੋਇਆ ਹੈ, ਜੋ ਇਮਤਿਹਾਨ ਦੇ ਨਜ਼ਰੀਏ ਤੋਂ ਬਹੁਤ ਜ਼ਰੂਰੀ ਹੈ। ਉਹ ਕੀ? ਇਹ ਸੁਭਾਵਿਕ ਪ੍ਰਕਿਰਿਆ ਹਮੇਸ਼ਾ ਮਾਤ ਭਾਸ਼ਾ ਵਿੱਚ ਹੀ ਵਾਪਰਦੀ ਹੈ। ਅੱਛਾ, ਮਦਰ ਟੰਗ ਵਿੱਚ? ਹਾਂ, ਮਾਤ ਭਾਸ਼ਾ ਉਹ ਪਹਿਲੀ ਭਾਸ਼ਾ ਹੁੰਦੀ ਹੈ ਜਿਸ ਦਾ ਬੱਚਾ ਆਪਣੇ ਜਨਮ ਤੋਂ ਹੀ ਸਾਹਮਣਾ ਕਰਦਾ ਹੈ, ਕਿਉਂਕਿ ਪਰਿਵਾਰ ਦੇ ਸਾਰੇ ਜੀ ਉਸੇ ਭਾਸ਼ਾ ਵਿੱਚ ਆਪਸੀ ਗੱਲਬਾਤ ਕਰ ਰਹੇ ਹੁੰਦੇ ਨੇ। ਇਸ ਲਈ ਬੱਚੇ ਦਾ ਦਿਮਾਗ ਉਸ ਭਾਸ਼ਾ ਦੇ ਢਾਂਚੇ ਨੂੰ ਬਿਨਾਂ ਕਿਸੇ ਰਸਮੀ ਸਿਖਲਾਈ ਦੇ ਪਕੜ ਲੈਂਦਾ ਹੈ। ਪੇਪਰ ਵਿੱਚ ਅਕਸਰ ਇਹ ਸਵਾਲ ਘੁਮਾ ਕੇ ਪੁੱਛਿਆ ਜਾਂਦਾ ਹੈ ਕਿ ਸੁਭਾਵਿਕ ਤੌਰ ਤੇ ਕਿਹੜੀ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ। ਹਾਂ, ਇਹ ਸਵਾਲ ਕਈ ਵਾਰ ਆਇਆ ਹੈ। ਉੱਥੇ ਸਿੱਖਿਆਰਥੀਆਂ ਨੇ ਬਿਨਾਂ ਕਿਸੇ ਸ਼ੱਕ ਦੇ ਇਹ ਯਾਦ ਰੱਖਣਾ ਹੈ ਕਿ ਗ੍ਰਹਿਣ ਕਰਨ ਦਾ ਸਿੱਧਾ ਸਬੰਧ ਮਾਤ ਭਾਸ਼ਾ ਨਾਲ ਹੈ, ਕਿਉਂਕਿ ਇਹ ਸਾਡੇ ਸੱਭਿਆਚਾਰ ਅਤੇ ਆਲੇ-ਦੁਆਲੇ ਦੀ ਦੇਣ ਹੁੰਦੀ ਹੈ। ਹੁਣ ਆਪਾਂ ਕਹਾਣੀ ਨੂੰ ਥੋੜਾ ਅੱਗੇ ਵਧਾਉਂਦੇ ਹਾਂ ਤੇ ਦੂਜਾ ਕਨਸੈਪਟ ਭਾਸ਼ਾ ਸਿੱਖਣਾ ਤੇ ਆਉਂਦੇ ਹਾਂ, ਯਾਨੀ ਲੈਂਗੁਏਜ ਲਰਨਿੰਗ। ਹਾਂਜੀ। ਹੁਣ ਮੰਨ ਲਓ ਉਹੀ ਬੱਚਾ ਜੋ ਹੁਣ ਤੱਕ ਵਿਹੜੇ ਵਿੱਚ ਖੇਡਦਾ ਹੋਇਆ ਪੰਜਾਬੀ ਗ੍ਰਹਿਣ ਕਰ ਰਿਹਾ ਸੀ, ਹੁਣ ਥੋੜਾ ਵੱਡਾ ਹੋ ਗਿਆ, ਸਕੂਲ ਜਾਣ ਜੋਗਾ ਹੋ ਗਿਆ। ਬਿਲਕੁਲ। ਉਸਨੇ ਸਕੂਲ ਦੀ ਵਰਦੀ ਪਾ ਲਈ ਹੈ, ਪਿੱਠ ਤੇ ਬਸਤਾ ਟੰਗ ਲਿਆ ਹੈ ਤੇ ਉਹ ਪਹਿਲੀ ਕਲਾਸ ਵਿੱਚ ਜਾ ਕੇ ਬੈਠ ਗਿਆ। ਹੁਣ ਉਸਦੇ ਸਾਹਮਣੇ ਅੰਗਰੇਜ਼ੀ ਦੀ ਕਿਤਾਬ ਹੈ। ਕੀ ਇਹ ਨਵੀਂ ਭਾਸ਼ਾ ਵੀ ਉਹ ਉਸੇ ਤਰ੍ਹਾਂ ਸਿੱਖੇਗਾ ਜਿਵੇਂ ਉਸਨੇ ਘਰ ਵਿੱਚ ਪੰਜਾਬੀ ਸਿੱਖੀ ਸੀ? ਇੱਥੇ ਆ ਕੇ ਪੂਰਾ ਢਾਂਚਾ ਹੀ ਬਦਲ ਜਾਂਦਾ ਹੈ। ਇੱਕ ਰਸਮੀ ਵਾਤਾਵਰਣ ਹੈ, ਫਾਰਮਲ ਸੈਟਿੰਗ ਹੈ। ਹਾਂ, ਉੱਥੇ ਤਾਂ ਰੂਲਸ ਹੁੰਦੇ ਨੇ। ਇੱਥੇ ਬੱਚੇ ਨੂੰ ਬਕਾਇਦਾ ਬੈਂਚ ਤੇ ਬਿਠਾ ਕੇ ਸਿਖਾਇਆ ਜਾਂਦਾ ਹੈ। ਪ੍ਰੋਪਰਲੀ
A ਫॉर ਐਪਲ ਸਿਖਾਇਆ ਜਾਂਦਾ ਹੈ। ਉਸ ਨੂੰ ਅੱਖਰਾਂ ਦੀ ਪਹਿਚਾਣ ਕਰਵਾਈ ਜਾਂਦੀ ਹੈ, ਵਿਆਕਰਣ ਦੇ ਨਿਯਮ ਰਟਾਏ ਜਾਂਦੇ ਨੇ। ਟੈਂਸ ਵਗੈਰਾ ਯਾਦ ਕਰਵਾਏ ਜਾਂਦੇ ਨੇ। ਬਿਲਕੁਲ। ਉਸ ਨੂੰ ਦੱਸਿਆ ਜਾਂਦਾ ਹੈ ਕਿ ਪ੍ਰੈਜ਼ੈਂਟ ਕੀ ਹੁੰਦਾ ਹੈ, ਪਾਸਟ ਕੀ ਹੁੰਦਾ ਹੈ। ਇਹ ਪ੍ਰਕਿਰਿਆ ਹੁਣ ਅਚੇਤਨ ਨਹੀਂ ਰਹੀ। ਹਾਂ, ਹੁਣ ਇੱਕ ਚੇਤਨ ਪ੍ਰਕਿਰਿਆ ਬਣ ਗਈ ਹੈ, ਮਤਲਬ ਕੌਨਸ਼ੀਅਸ। ਬਿਲਕੁਲ। ਚੇਤਨ ਹੋਣ ਦਾ ਮਤਲਬ ਹੈ ਕਿ ਬੱਚੇ ਨੂੰ ਹੁਣ ਆਪਣਾ ਪੂਰਾ ਧਿਆਨ ਕੇਂਦਰਿਤ ਕਰਨਾ ਪੈ ਰਿਹਾ ਹੈ, ਦਿਮਾਗ ਉੱਤੇ ਜ਼ੋਰ ਪਾਉਣਾ ਪੈ ਰਿਹਾ ਹੈ। ਤੇ ਗਲਤੀਆਂ ਕਰਨ ਦਾ ਡਰ ਵੀ ਉਸਦੇ ਮਨ ਵਿੱਚ ਪੈਦਾ ਹੋ ਰਿਹਾ ਹੈ। ਹਾਂ, ਇਹ ਸਭ ਤੋਂ ਵੱਡਾ ਫਰਕ ਹੈ। ਜਿਵੇਂ ਮੰਨ ਲਓ ਬੱਚਾ ਕਲਾਸ ਵਿੱਚ ਅਧਿਆਪਕ ਨੂੰ ਕੁਝ ਕਹਿਣ ਲੱਗਿਆਂ ਅੰਗਰੇਜ਼ੀ ਵਿੱਚ ਕੋਈ ਗਲਤੀ ਕਰ ਦਿੰਦਾ ਹੈ। ਉਸਨੇ ਇਹ ਕਹਿਣਾ ਹੈ ਕਿ ਹੀ ਇਜ਼ ਗੋਇੰਗ, ਯਾਨੀ ਉਹ ਜਾ ਰਿਹਾ ਹੈ, ਤੇ ਉਹ ਗਲਤੀ ਨਾਲ ਬੋਲ ਦਿੰਦਾ ਹੈ ਕਿ ਹੀ ਆਰ ਗੋਇੰਗ। ਤਾਂ ਟੀਚਰ ਤੁਰੰਤ ਟੋਕੇਗਾ। ਬਿਲਕੁਲ। ਅਧਿਆਪਕ ਤੁਰੰਤ ਉਸ ਨੂੰ ਟੋਕਦਾ ਹੈ ਤੇ ਰੂਲਸ ਸਮਝਾਉਂਦਾ ਹੈ ਕਿ ਸਿੰਗੂਲਰ ਨਾਲ ਇਜ਼ ਲੱਗਣਾ ਹੈ, ਆਰ ਨਹੀਂ। ਸਹੀ ਕਿਹਾ। ਇਸੇ ਟੋਕਾ-ਟਾਕੀ ਅਤੇ ਨਿਯਮਾਂ ਦੇ ਬੋਝ ਕਾਰਨ ਬੱਚੇ ਨੂੰ ਕਿਤਾਬਾਂ ਦੀ ਵਰਤੋਂ ਕਰਨੀ ਪੈਂਦੀ ਹੈ, ਪੂਰਾ ਦਿਮਾਗ ਲਗਾਉਣਾ ਪੈਂਦਾ ਹੈ। ਤੇ ਜਦੋਂ ਅਸੀਂ ਪੂਰਾ ਦਿਮਾਗ ਲਗਾ ਕੇ ਸੁਚੇਤ ਹੋ ਕੇ ਕੁਝ ਸਿੱਖਦੇ ਹਾਂ ਤਾਂ ਇਹ ਇੱਕ ਮਿਹਨਤ ਵਾਲਾ ਕੰਮ ਬਣ ਜਾਂਦਾ ਹੈ। ਹਾਂਜੀ। ਇਸੇ ਮਿਹਨਤ ਨੂੰ, ਇਸੇ ਨਿਯਮਾਂ ਵਾਲੇ ਢਾਂਚੇ ਨੂੰ ਅਸੀਂ ਭਾਸ਼ਾ ਸਿੱਖਣਾ ਯਾਨੀ ਕਿ ਲਰਨਿੰਗ ਕਹਿੰਦੇ ਹਾਂ। ਜੋ ਭਾਸ਼ਾ ਖੇਡਦੇ ਹੋਏ ਪਰਿਵਾਰ ਵਿੱਚ ਬਿਨਾਂ ਨਿਯਮ ਦੇ ਆਈ, ਉਹ ਗ੍ਰਹਿਣ ਹੈ, ਤੇ ਜੋ ਸਕੂਲ ਵਿੱਚ ਨਿਯਮਾਂ ਤੇ ਕਿਤਾਬਾਂ ਨਾਲ ਆਈ, ਉਹ ਸਿੱਖਣਾ ਹੈ। ਇਹ ਬੁਨਿਆਦੀ ਫਰਕ ਸਾਰਿਆਂ ਨੂੰ ਕਲੀਅਰ ਹੋਣਾ ਚਾਹੀਦਾ। ਬਿਲਕੁਲ। ਤਾਂ ਆਓ ਪਿਛਲੇ ਸਾਲਾਂ ਦੇ ਪੇਪਰਾਂ ਵਿੱਚੋਂ ਆਏ ਕੁਝ ਖਾਸ ਪ੍ਰਸ਼ਨਾਂ ਦਾ ਵਿਸ਼ਲੇਸ਼ਣ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਬਹੁਤ ਹੀ ਸਿੱਧਾ ਜਾਪਦਾ ਹੈ, ਪਰ ਅਕਸਰ ਸਿੱਖਿਆਰਥੀ ਇਸ ਵਿੱਚ ਗਲਤੀ ਕਰਦੇ ਨੇ। ਦੱਸੋ ਕੀ ਹੈ ਪ੍ਰਸ਼ਨ? ਪ੍ਰਸ਼ਨ ਹੈ ਕਿ ਭਾਸ਼ਾ ਗ੍ਰਹਿਣ ਯਾਨੀ ਲੈਂਗੁਏਜ ਐਕੁਇਜ਼ੀਸ਼ਨ ਮੁੱਖ ਤੌਰ ਤੇ ਕਿਸ ਨਾਲ ਸੰਬੰਧਿਤ ਹੈ। ਅੱਛਾ। ਇਸ ਦੇ 4 ਵਿਕਲਪ ਧਿਆਨ ਨਾਲ ਸੁਣੋ। ਪਹਿਲਾ, ਗ੍ਰਾਮਰ ਦੇ ਨਿਯਮਾਂ ਨਾਲ। ਦੂਜਾ, ਸਕੂਲ ਦੇ ਰਸਮੀ ਵਾਤਾਵਰਣ ਨਾਲ। ਤੀਜਾ, ਪਰਿਵਾਰ ਅਤੇ ਆਲੇ-ਦੁਆਲੇ ਦੇ ਸੁਭਾਵਿਕ ਵਾਤਾਵਰਣ ਨਾਲ। ਅਤੇ ਚੌਥਾ, ਸਿਰਫ ਕਿਤਾਬਾਂ ਪੜ੍ਹਨ ਨਾਲ। ਦੇਖੋ, ਜਦੋਂ ਅਸੀਂ ਪੇਪਰ ਦੇ ਦਬਾਅ ਹੇਠ ਬੈਠੇ ਹੁੰਦੇ ਆ ਨਾ, ਤਾਂ ਕਈ ਵਾਰ ਅਸੀਂ ਸ਼ਬਦਾਂ ਦੀ ਹੇਰਾਫੇਰੀ ਵਿੱਚ ਫਸ ਜਾਂਦੇ ਆ। ਹਾਂ, ਪ੍ਰੈਸ਼ਰ ਬਹੁਤ ਹੁੰਦਾ ਦਿਮਾਗ ਤੇ। ਬਿਲਕੁਲ। ਆਓ ਇਹਨਾਂ ਆਪਸ਼ਨਸ ਦਾ ਵਿਸ਼ਲੇਸ਼ਣ ਕਰਦੇ ਹਾਂ। ਪਹਿਲਾ ਵਿਕਲਪ ਹੈ ਗ੍ਰਾਮਰ ਦੇ ਨਿਯਮ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਨਿਯਮਾਂ ਦਾ ਸਿੱਧਾ ਸੰਬੰਧ ਭਾਸ਼ਾ ਸਿੱਖਣ ਨਾਲ ਹੈ, ਗ੍ਰਹਿਣ ਕਰਨ ਨਾਲ ਨਹੀਂ ਹੈ। ਹਾਂ, ਤਾਂ ਇਹ ਆਪਸ਼ਨ ਬਾਹਰ ਹੋ ਗਈ। ਦੂਜਾ ਵਿਕਲਪ ਹੈ ਸਕੂਲ ਦਾ ਰਸਮੀ ਵਾਤਾਵਰਣ। ਪੇਪਰ ਸੈੱਟ ਕਰਨ ਵਾਲਾ ਜਾਣਬੁੱਝ ਕੇ ਸਕੂਲ ਸ਼ਬਦ ਪਾਉਂਦਾ ਹੈ ਤਾਂ ਜੋ ਬੱਚੇ ਕਨਫਿਊਜ਼ ਹੋ ਜਾਣ। ਹਾਂ, ਤਾਂ ਜੋ ਸਿੱਖਿਆਰਥੀ ਸੋਚਣ ਕਿ ਸ਼ਾਇਦ ਪੜ੍ਹਾਈ ਲਿਖਾਈ ਦੀ ਗੱਲ ਹੋ ਰਹੀ ਹੈ, ਪਰ ਆਪਾਂ ਜਾਣਦੇ ਹਾਂ ਕਿ ਸਕੂਲ ਦੀ ਰਸਮੀ ਸਿੱਖਿਆ ਵੀ ਸਿੱਖਣ ਦੇ ਘੇਰੇ ਵਿੱਚ ਆਉਂਦੀ ਹੈ, ਗ੍ਰਹਿਣ ਕਰਨ ਦੇ ਨਹੀਂ। ਠੀਕ ਹੈ। ਚੌਥਾ ਵਿਕਲਪ ਸਿਰਫ ਕਿਤਾਬਾਂ ਪੜ੍ਹਨਾ ਵੀ ਗਲਤ ਹੈ, ਕਿਉਂਕਿ ਬੱਚਾ ਕਿਤਾਬਾਂ ਪੜ੍ਹਨ ਤੋਂ ਕਿਤੇ ਪਹਿਲਾਂ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦਾ ਹੈ। ਤਾਂ ਸਾਡੇ ਕੋਲ ਸਿਰਫ ਤੀਜਾ ਵਿਕਲਪ ਬਚਿਆ। ਬਿਲਕੁਲ। ਤੀਜਾ ਵਿਕਲਪ ਪਰਿਵਾਰ ਅਤੇ ਆਲੇ-ਦੁਆਲੇ ਦਾ ਸੁਭਾਵਿਕ ਵਾਤਾਵਰਣ। ਇਹੀ ਬਿਲਕੁਲ ਸਹੀ ਜਵਾਬ ਹੈ। ਹਾਂ, ਕਿਉਂਕਿ ਬੱਚਾ ਆਪਣੇ ਮਾਪਿਆਂ ਤੋਂ, ਆਂਢ-ਗੁਆਂਢ ਤੋਂ ਸੁਭਾਵਿਕ ਤਰੀਕੇ ਨਾਲ ਜੋ ਪ੍ਰਾਪਤ ਕਰਦਾ ਹੈ, ਉਹੀ ਗ੍ਰਹਿਣ ਕਰਨਾ ਹੈ। ਸਹੀ ਗੱਲ ਹੈ। ਜੇਕਰ ਸਿੱਖਿਆਰਥੀ ਪਿਛਲੀ ਚਰਚਾ ਵਾਲਾ ਲੌਜਿਕ ਯਾਦ ਰੱਖਣਗੇ ਕਿ ਗ੍ਰਹਿਣ ਹਮੇਸ਼ਾ ਸੁਭਾਵਿਕ ਹੁੰਦਾ ਹੈ, ਤਾਂ ਕੋਈ ਵੀ ਘੁਮਾਵਦਾਰ ਸਵਾਲ ਉਹਨਾਂ ਨੂੰ ਉਲਝਾ ਨਹੀਂ ਸਕੇਗਾ। ਇਹ ਤਰੀਕਾ ਬਹੁਤ ਹੀ ਵਧੀਆ ਹੈ, ਜਿੱਥੇ ਆਪਾਂ ਗਲਤ ਜਵਾਬਾਂ ਨੂੰ ਲੱਭ ਕੇ ਉਹਨਾਂ ਨੂੰ ਬਾਹਰ ਕੱਢਦੇ ਹਾਂ, ਐਲੀਮੀਨੇਟ ਕਰਦੇ ਹਾਂ। ਹਾਂ, ਐਲੀਮੀਨੇਸ਼ਨ ਮੈਥਡ ਸਭ ਤੋਂ ਵਧੀਆ ਰਹਿੰਦਾ ਹੈ। ਚਲੋ ਹੁਣ ਆਪਾਂ ਦੂਜੇ ਪ੍ਰਸ਼ਨ ਵੱਲ ਵਧਦੇ ਹਾਂ। ਇਹ ਵੀ ਬਹੁਤ ਇੰਟਰਸਟਿੰਗ ਹੈ। ਹਾਂਜੀ, ਦੱਸੋ। ਪ੍ਰਸ਼ਨ ਹੈ, ਭਾਸ਼ਾ ਸਿੱਖਣ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਇਸ ਦੇ ਆਪਸ਼ਨਸ ਨੇ, ਪਹਿਲਾ ਸੁਣਨ ਤੋਂ, ਦੂਜਾ ਬੋਲਣ ਤੋਂ, ਤੀਜਾ ਪੜ੍ਹਨ ਤੋਂ, ਜਾਂ ਚੌਥਾ ਲਿਖਣ ਤੋਂ। ਇਹ ਸਵਾਲ ਦੇਖਣ ਨੂੰ ਬਹੁਤ ਸੌਖਾ ਲੱਗਦਾ ਹੈ, ਪਰ ਕਈ ਵਾਰ ਇਹ ਉਨਾ ਹੀ ਭੁਲੇਖਾ ਪਾਉਂਦਾ ਹੈ ਨਾ। ਬਿਲਕੁਲ, ਕਿਉਂਕਿ ਸਾਨੂੰ ਲੱਗਦਾ ਹੈ ਕਿ ਜਦੋਂ ਬੱਚਾ ਬੋਲਦਾ ਹੈ, ਸ਼ਾਇਦ ਭਾਸ਼ਾ ਉਦੋਂ ਸ਼ੁਰੂ ਹੁੰਦੀ ਹੈ। ਇਹੀ ਤਾਂ ਇੱਕ ਬਹੁਤ ਹੀ ਆਮ ਭੁਲੇਖਾ ਹੈ। ਸਾਨੂੰ ਲੱਗਦਾ ਹੈ ਕਿ ਜਦੋਂ ਬੱਚੇ ਨੇ ਪਹਿਲਾ ਸ਼ਬਦ ਮੂੰਹੋਂ ਕੱਢਿਆ, ਉਦੋਂ ਉਸ ਦੀ ਭਾਸ਼ਾ ਸ਼ੁਰੂ ਹੋਈ, ਪਰ ਅਸਲੀਅਤ ਇਸ ਤੋਂ ਕਿਤੇ ਪਿੱਛੇ ਜਾਂਦੀ ਹੈ। ਤਾਂ ਇਸ ਦਾ ਸਹੀ ਜਵਾਬ ਕੀ ਹੋਵੇਗਾ? ਇਸ ਦਾ ਸਹੀ ਜਵਾਬ ਹੈ ਪਹਿਲਾ ਵਿਕਲਪ, ਯਾਨੀ ਸੁਣਨ ਤੋਂ, ਲਿਸਨਿੰਗ। ਅੱਛਾ, ਸੁਣਨ ਤੋਂ। ਹਾਂ, ਆਓ ਇਸ ਦੇ ਪਿੱਛੇ ਦਾ ਵਿਗਿਆਨ ਸਮਝੀਏ। ਦੇਖੋ, ਜਦੋਂ ਇੱਕ ਨਵਜੰਮਿਆ ਬੱਚਾ ਇਸ ਦੁਨੀਆ ਵਿੱਚ ਆਉਂਦਾ ਹੈ, ਉਹ ਕਈ ਮਹੀਨਿਆਂ ਤੱਕ ਬਿਲਕੁਲ ਚੁੱਪ ਰਹਿੰਦਾ ਹੈ। ਹਾਂ, ਉਹ ਬੋਲਦਾ ਤਾਂ ਹੈ ਨਹੀਂ। ਭਾਸ਼ਾ ਵਿਗਿਆਨ ਵਿੱਚ ਇਸ ਨੂੰ ਸਾਇਲੈਂਟ ਪੀਰੀਅਡ ਜਾਂ ਸ਼ਾਂਤ ਸਮਾਂ ਕਿਹਾ ਜਾਂਦਾ ਹੈ। ਸ਼ਾਂਤ ਸਮਾਂ। ਪਰ ਕੀ ਉਸ ਸਮੇਂ ਦੌਰਾਨ ਉਸ ਦਾ ਦਿਮਾਗ ਕੁਝ ਨਹੀਂ ਕਰ ਰਿਹਾ ਹੁੰਦਾ? ਬਿਲਕੁਲ ਨਹੀਂ। ਉਸ ਦਾ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੁੰਦਾ ਹੈ। ਉਹ ਸਭ ਕੁਝ ਨੋਟ ਕਰ ਰਿਹਾ ਹੁੰਦਾ ਹੈ। ਬਿਲਕੁਲ। ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਚਿਹਰਿਆਂ ਵੱਲ ਦੇਖਦਾ ਹੈ, ਉਹਨਾਂ ਦੇ ਬੁੱਲਾਂ ਦੀ ਹਰਕਤ ਨੋਟ ਕਰਦਾ ਹੈ, ਆਵਾਜ਼ ਦੇ ਉਤਰਾਅ-ਚੜਾਅ ਨੂੰ ਸਮਝਦਾ ਹੈ ਕਿ ਕਦੋਂ ਮਾਂ ਪਿਆਰ ਨਾਲ ਬੋਲ ਰਹੀ ਹੈ ਤੇ ਕਦੋਂ ਗੁੱਸੇ ਵਿੱਚ ਹੈ। ਹਾਂ, ਉਹ ਲਗਾਤਾਰ ਡੇਟਾ ਇਕੱਠਾ ਕਰ ਰਿਹਾ ਹੁੰਦਾ ਹੈ। ਇਹ ਸਾਰੀ ਪ੍ਰਕਿਰਿਆ ਸਿਰਫ ਸੁਣਨ ਰਾਹੀਂ ਹੋ ਰਹੀ ਹੁੰਦੀ ਹੈ। ਅੱਛਾ, ਮਤਲਬ ਸੁਣਨਾ ਸਭ ਤੋਂ ਪਹਿਲਾ ਸਟੈਪ ਹੈ। ਬਿਲਕੁਲ। ਜਦੋਂ ਉਹ ਅੰਦਰੋਂ ਪੂਰੀ ਤਰ੍ਹਾਂ ਭਰ ਜਾਂਦਾ ਹੈ, ਉਸ ਤੋਂ ਬਾਅਦ ਹੀ ਉਹ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਜਦੋਂ ਉਹ ਸਕੂਲ ਜਾਂਦਾ ਹੈ, ਤਾਂ ਉਹ ਅੱਖਰਾਂ ਨੂੰ ਪੜ੍ਹਨਾ ਸਿੱਖਦਾ ਹੈ। ਤੇ ਸਭ ਤੋਂ ਅੰਤ ਵਿੱਚ ਜਾ ਕੇ ਉਹ ਪੈਨ ਫੜ ਕੇ ਲਿਖਣਾ ਸਿੱਖਦਾ ਹੈ। ਯਾਨੀ ਸੁਣਨਾ, ਬੋਲਣਾ, ਪੜ੍ਹਨਾ ਤੇ ਫਿਰ ਲਿਖਣਾ। ਐਗਜ਼ੈਕਟਲੀ। ਇਸ ਲਈ ਭਾਸ਼ਾ ਦੇ ਵਿਕਾਸ ਦੀ ਸਭ ਤੋਂ ਪਹਿਲੀ ਔਰ ਸਭ ਤੋਂ ਮਜ਼ਬੂਤ ਨੀਂਹ ਸੁਣਨਾ ਹੀ ਹੈ। ਜੇ ਸੁਣਨਾ ਨਾ ਹੋਵੇ ਤਾਂ ਬੋਲਣ ਦਾ ਸਵਾਦ ਹੀ ਪੈਦਾ ਨਹੀਂ ਹੁੰਦਾ। ਆਓ ਆਪਾਂ ਅੱਜ ਦੀ ਇਸ ਵਿਸਥਾਰ ਪੂਰਵਕ ਚਰਚਾ ਦੇ ਮੁੱਖ ਬਿੰਦੂਆਂ ਦੀ ਇੱਕ ਵਾਰ ਸੰਖੇਪ ਵਿੱਚ ਸਮਰੀ ਦੇ ਦਿੰਨੇ ਹਾਂ। ਹਾਂਜੀ, ਜ਼ਰੂਰ। ਆਪਾਂ ਸਮਝਿਆ ਕਿ ਭਾਸ਼ਾ ਗ੍ਰਹਿਣ ਯਾਨੀ ਐਕੁਇਜ਼ੀਸ਼ਨ
ਇੱਕ ਅਜਿਹੀ ਪ੍ਰਕਿਰਿਆ ਹੈ ਜੋ ਘਰ ਦੇ ਸੁਭਾਵਿਕ ਮਾਹੌਲ ਵਿੱਚ ਬਿਨਾਂ ਕਿਸੇ ਵਿਆਕਰਣ ਦੇ ਨਿਯਮਾਂ ਤੋਂ ਮਾਤ ਭਾਸ਼ਾ ਰਾਹੀਂ ਆਪਣੇ ਆਪ ਵਾਪਰਦੀ ਹੈ। ਤੇ ਦੂਜੇ ਪਾਸੇ ਭਾਸ਼ਾ ਸਿੱਖਣਾ ਇੱਕ ਰਸਮੀ ਅਤੇ ਚੇਤਨ ਪ੍ਰਕਿਰਿਆ ਹੈ ਜੋ ਸਕੂਲ ਦੀਆਂ ਕਿਤਾਬਾਂ, ਅਧਿਆਪਕਾਂ ਅਤੇ ਨਿਯਮਾਂ ਦੇ ਸਹਾਰੇ ਚੱਲਦੀ ਹੈ। ਅਸੀਂ ਆਸ ਕਰਦੇ ਹਾਂ ਕਿ ਅੱਜ ਦੀ ਇਸ ਚਰਚਾ ਨੇ ਸਿੱਖਣ ਅਤੇ ਗ੍ਰਹਿਣ ਕਰਨ ਦੇ ਫਰਕ ਨੂੰ ਤੁਹਾਡੇ ਲਈ ਬਿਲਕੁਲ ਸਪਸ਼ਟ ਕਰ ਦਿੱਤਾ ਹੋਵੇਗਾ। ਮੈਨੂੰ ਵੀ ਇਹੀ ਉਮੀਦ ਹੈ। ਭਾਵੇਂ ਕੋਈ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੋਵੇ ਜਾਂ ਸਿਰਫ ਇਨਸਾਨੀ ਦਿਮਾਗ ਦੀਆਂ ਪਰਤਾਂ ਨੂੰ ਸਮਝਣ ਦਾ ਸ਼ੌਕੀਨ ਹੋਵੇ, ਅੱਜ ਦੇ ਵਿਚਾਰ ਯਕੀਨਨ ਸਭ ਦੇ ਕੰਮ ਆਉਣਗੇ। ਅਸੀਂ ਮਿਲਦੇ ਹਾਂ ਅਗਲੀ ਵਾਰ ਕਿਸੇ ਨਵੇਂ ਅਤੇ ਦਿਲਚਸਪ ਵਿਸ਼ੇ ਦੇ ਨਾਲ। ਤਦ ਤੱਕ ਲਈ ਆਪਣੇ ਆਲੇ-ਦੁਆਲੇ ਤੋਂ ਨਵੀਆਂ ਚੀਜ਼ਾਂ ਗ੍ਰਹਿਣ ਕਰਦੇ ਰਹੋ, ਸੁਣਦੇ ਰਹੋ ਅਤੇ ਖੁੱਲ੍ਹ ਕੇ ਸਿੱਖਦੇ ਰਹੋ।